ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੇਰੀ ਸਵਾਗਤ ਕਰਦੀ ਹਾਂ। ਜਿੱਥੇ ਖਬਰਾਂ ਵਿਸਥਾਰ ਦੇ ਨਾਲ। ਦੀਪ ਸਿੱਧੂ ਇੱਕ ਉਹ ਦੀਪ ਜੋ ਬੁਝ ਕੇ ਵੀ ਕਈਆਂ ਨੂੰ ਰੋਸ਼ਨੀ ਦਿਖਾ ਗਿਆ। ਦੀਪ ਸਿੱਧੂ ਸਭ ਦੇ ਦਿਲਾਂ ਦੇ ਵਿੱਚ ਹਮੇਸ਼ਾ ਜ਼ਿੰਦਾ ਰਹੇਗਾ। ਦੀਪ ਦੀ ਹਰ ਕਹੀ ਗੱਲ ਅੱਜ ਯਾਦ ਆਉਂਦੀ ਹੈ। ਦੀਪ ਸਿੱਧੂ ਵਰਗੇ ਸ਼ਖਸ ਜਿਹੜੇ ਹੁੰਦੇ ਨੇ ਉਹ ਬਾਰ-ਬਾਰ ਨਹੀਂ ਪੈਦਾ ਹੁੰਦੇ। ਅਜਿਹੀਆਂ तमाम ਗੱਲਾਂ ਕਰਦੇ ਨਜ਼ਰ ਆਏ ਸਰੀ ਦੇ ਵਿੱਚ ਇਕੱਠੇ ਹੋਏ ਉਹ ਨੌਜਵਾਨ ਜੋ ਦੀਪ ਸਿੱਧੂ ਨੂੰ ਜਿਹੜੀ ਹੈ ਉਹ ਕੈਂਡਲ ਮਾਰਚ ਦੇ ਲਈ ਉੱਥੇ ਪਹੁੰਚੇ ਸੀ, ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਹੋਏ ਸੀਗੇ। ਦੀਪ ਸਿੱਧੂ ਨੇ ਕਈ ਨੌਜਵਾਨਾਂ ਦਾ ਅਜਿਹਾ ਮਾਰਗਦਰਸ਼ਨ ਕੀਤਾ, ਅਜਿਹੇ ਤਰੀਕੇ ਨਾਲ ਨੌਜਵਾਨ ਜਿਹੜੇ ਸੀਗੇ ਉਹ ਦੀਪ ਸਿੱਧੂ ਦੇ ਫੈਨ ਸੀ ਕਿ ਉਹ ਦੀਪ ਸਿੱਧੂ ਨੂੰ ਆਪਣਾ ਹੀਰੋ ਕਹਿੰਦੇ ਨੇ। ਆਓ ਸੁਣਦੇ ਹਾਂ ਕੀ ਕੁਝ ਕਹਿ ਰਹੇ ਨੇ ਲੋਕ। ਦੀਪ ਸਿੱਧੂ ਬੇਸ਼ੱਕ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਪਰ ਉਹਨਾਂ ਦੇ ਜਿਹੜੇ ਸਰੋਤੇ ਨੇ, ਉਹਨਾਂ ਨੂੰ ਚਾਹਣ ਵਾਲੇ ਨੇ, ਉਹ ਅੱਜ ਸਾਰੇ ਇੱਥੇ ਸਕਾਟ ਰੋਡ 72 ਤੇ ਇਕੱਠੇ ਹੋਏ ਨੇ ਤੇ ਕੈਂਡਲ ਮਾਰਚ ਉਹਨਾਂ ਦੀ ਯਾਦ ਦੇ ਵਿੱਚ ਕੀਤਾ ਗਿਆ। ਉਹ ਕਿਵੇਂ ਅੱਜ ਯਾਦ ਕਰ ਰਹੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਦੀਪ ਸਿੱਧੂ ਦੇ ਲਈ ਤੁਸੀਂ ਸਾਰੇ ਇੱਥੇ ਇਕੱਤਰ ਹੋਏ ਹੋ। ਆਈ ਥਿੰਕ ਦਿਨ ਚੜ੍ਹਦੇ ਜਦੋਂ ਕੈਨੇਡਾ ਦੇ ਵਿੱਚ ਸ਼ੌਕਿੰਗ ਨਿਊਜ਼ ਸਾਰਿਆਂ ਨੂੰ ਮਿਲੀ ਤਾਂ ਬਿਆਨ ਕਰਨਾ ਉਹਨੂੰ ਬਹੁਤ ਜ਼ਿਆਦਾ ਮੁਸ਼ਕਿਲ ਹੈ। ਦੀਪ ਸਿੱਧੂ ਨਾਲ ਜੁੜੀ ਕੀ ਗੱਲ ਸਾਂਝੀ ਕਰਨਾ ਚਾਹੋਗੇ? ਪਹਿਲਾਂ ਤਾਂ ਬਹੁਤ ਸ਼ੌਕਿੰਗ ਸੀਗਾ, ਪਹਿਲਾਂ ਯਕੀਨ ਨਹੀਂ ਆਉਂਦਾ ਸੀ ਵੀ ਕਿਨ ਹੋ ਸਕਦਾ ਜੀ, ਪਰ ਜੋ ਪ੍ਰਮਾਤਮਾ ਨੇ ਮਨਜ਼ੂਰ ਆ ਸਭ ਤੋਂ ਬਾਈ ਖੋਹ ਲਿਆ। ਬਹੁਤ ਛੇਤੀ ਖੋਇਆ ਬਾਬੇ ਨੇ। ਇੰਨੇ ਜ਼ਿਆਦਾ ਉਹਦੇ ਸੁਪਨੇ ਸੀਗੇ, ਅਸੀਂ ਵੀ ਉਹਦੀਆਂ ਵੀਡੀਓ ਦੇਖ ਦੇਖ ਕੇ ਇੰਸਪਾਇਰ ਹੁੰਦੇ ਸੀਗੇ ਅਤੇ ਜੋ ਗੱਲਾਂ ਕਰਦਾ ਸੀ ਵੀ ਜਿਵੇਂ ਆਪਣੇ ਸਿੰਘਾਂ ਦੇ ਨਾਲ ਪਹਿਲਾਂ ਹੋਇਆ, ਸੰਤਾਂ ਦੇ ਨਾਲ ਹੋਇਆ ਜਾਂ ਆਪਣੇ ਹੁਣ ਹੋ ਰਿਹਾ, ਅਤੇ ਹਲੂਣਾ ਦਿੰਦਾ ਸੀਗਾ, ਸਾਰਿਆਂ ਨੂੰ ਇੰਸਪਾਇਰ ਕਰਦਾ ਸੀਗਾ। ਹੀ ਵਾਜ਼ ਅ ਐਕਟਰ, ਹੀ ਵਾਜ਼ ਅ ਰੋਲ ਮਾਡਲ, ਸਾਡੇ ਲਈ ਆਈਡਲ ਸੀਗਾ। ਪਰ ਕਈਆਂ ਨੇ ਗਰਦਾਰ ਵੀ ਕਿਹਾ ਉਹਨੂੰ, ਪਰ ਦੇਖ ਲਓ ਮੋਰਚੇ ਦੇ ਵਿੱਚ ਫਿਰ ਵੀ ਫਤਿਹ ਹੋ ਕੇ ਆਇਆ ਜੀ। ਅਤੇ ਬਹੁਤ ਦੁੱਖ ਹੋ ਰਿਹਾ ਜੀ, ਅਤੇ ਬਲੀਵ ਨਹੀਂ ਆਉਂਦਾ ਵੀ ਇੰਨੀ ਛੇਤੀ ਬਾਬੇ ਨੇ ਸਾਤੋਂ ਖੋਹ ਲਿਆ। ਇੰਨੇ ਉਹਦੇ ਨਿਸ਼ਾਨੇ ਸੀਗੇ। ਅਤੇ ਹੁਣ ਵੀ ਬੇਨਤੀ ਕਰਦੇ ਹਾਂ ਸਾਧ ਸੰਗਤ ਨੂੰ ਵੀ ਜਿਹੜੇ ਵੀ ਮੁੰਡੇ ਉੱਠਦੇ ਆ ਵੀ ਉਹਨਾਂ ਦਾ ਆਪਾਂ ਸਪੋਰਟ ਕਰੀਏ ਦਿਲੋਂ, ਹੈ ਨਾ। ਵੀ ਜੇ ਬਾਈ ਚਾਂਸ ਉਹਨੂੰ ਕੋਈ ਸਿਕਿਉਰਿਟੀ ਹੁੰਦੀ ਜਾਂ ਹੋਰ ਕੋਈ ਆਪਣੇ ਨਾਲ ਬੱਤੀਆਂ ਬੁੱਤੀਆਂ ਵਾਲੇ ਹੁੰਦੇ ਜਾਂ ਹੋਰ ਵੀ ਕੋਈ ਹੁੰਦੇ ਮਾੜੀ ਮੋਟੀ, ਸ਼ਾਇਦ ਉਹਦੀ ਜਾਨ ਬਚ ਸਕਦੀ ਸੀਗੀ। ਪਰ ਬਹੁਤ ਔਖਾ ਜੀ, ਬਹੁਤ ਇਟਸ ਵੈਰੀ ਸ਼ੌਕਿੰਗ ਨਿਊਜ਼ ਵਾਟ ਹੈਪਨ। ਜੀ ਤੁਸੀਂ ਕੀ ਕਹਿਣਾ ਚਾਹੋਗੇ? ਅੱਜ ਅਸੀਂ ਸਾਰੇ ਇੱਥੇ ਇਕੱਤਰ ਹੋਏ ਹਾਂ ਔਰ ਦੀਪ ਸਿੱਧੂ ਨੂੰ ਜਿਸ ਤਰੀਕੇ ਨਾਲ ਯਾਦ ਕੀਤਾ ਜਾ ਰਿਹਾ, ਉਹਨਾਂ ਦੀਆਂ तमाम ਗੱਲਾਂ ਸਭ ਦੇ ਦਿਲਾਂ ਦੇ ਵਿੱਚ ਫਿਰ ਤੋਂ ਜ਼ਿੰਦਾ ਹੋ ਗਈਆਂ। ਕੀ ਕਹਿਣਾ ਚਾਹੋਗੇ? ਦੇਖੋ, ਮੈਂ ਅੱਜ ਮੇਰਾ ਵੀ ਦਿਲ ਬਹੁਤ ਦੁਖੀ ਆ ਅਤੇ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਕਦੇ ਇੰਨੇ ਬੰਦੇ ਰੋਂਦੇ ਨਹੀਂ ਵੇਖੇ ਜਿੰਨੇ ਮੈਂ ਅੱਜ ਰੋਂਦੇ ਵੇਖੇ ਆ। ਅੱਜ ਮੈਨੂੰ ਪਤਾ ਨਹੀਂ ਸਵੇਰ ਦੇ ਕਿੰਨੇ ਫੋਨ ਆਏ ਆ ਅਤੇ ਹਰ ਬੰਦਾ ਜਿਹੜਾ ਰੋ ਰਿਹਾ ਸੀ। ਇੱਕ ਬੰਦੇ ਨੇ ਇੱਥੋਂ ਤੱਕ ਕਿਹਾ ਕਿ ਮੈਂ ਆਪਦੇ ਘਰ ਦੇ ਮੈਂਬਰ ਦੇ ਮਰੇ ਤੋਂ ਵੀ ਕਦੇ ਰੋਇਆ ਨਹੀਂ ਗਾ, ਪਰ ਅੱਜ ਮੈਂ ਬਹੁਤ ਜ਼ਿਆਦਾ ਰੋ ਰਿਹਾ। ਉਹਦਾ ਕਾਰਨ ਕੀ ਸੀਗਾ ਕਿ ਦੀਪ ਸਿੱਧੂ ਨੇ ਸਾਡੇ ਦਿਲਾਂ ਨੂੰ ਟੱਚ ਕੀਤਾ। ਜਿਹੜੀਆਂ ਗੱਲਾਂ ਪੰਜਾਬ ਦੇ ਲੋਕਾਂ ਦੇ, ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਦਿਲਾਂ ਦੇ ਵਿੱਚ ਦੱਬੀਆਂ ਪਈਆਂ ਸੀਗੀਆਂ, ਉਹ ਗੱਲਾਂ ਉਹਨੇ ਬੋਲੀਆਂ। ਉਹਨੇ ਸਾਡੀ ਗੱਲ ਰੱਖੀ, ਸਾਡਾ ਨੈਰੇਟਿਵ ਉਹਨੇ ਸਿਰਜਿਆ ਅਤੇ ਉਹ ਗੱਲ ਕਰਕੇ ਉਹਦਾ ਸਾਡੇ ਦਿਲਾਂ ਦੇ ਵਿੱਚ ਬਹੁਤ ਹੀ ਵਧੀਆ ਥਾਂ, ਮਾਣ ਅਤੇ ਸਤਿਕਾਰ ਵਾਲਾ ਥਾਂ ਜਿਹੜਾ ਬਣਿਆ ਹੋਇਆ ਸੀਗਾ। ਅਤੇ ਇਹ ਤਾਂ ਸਾਨੂੰ ਚੇਤਾ ਵੀ ਨਹੀਂ ਸੀ ਕਿ ਇਹ ਹੋ ਸਕਦਾ। ਇਸੇ ਕਰਕੇ ਅਸੀਂ ਹਜੇ ਵੀ ਸਦਮੇ ਦੇ ਵਿੱਚ ਹਾਂ, ਅਸੀਂ ਹਜੇ ਵੀ ਬਹੁਤ ਸ਼ੌਕ ਦੇ ਵਿੱਚ ਹਾਂ। ਹਾਂਜੀ, ਨੌਜਵਾਨਾਂ ਦੇ ਲਈ ਦੀਪ ਸਿੱਧੂ ਜਿਹੜੇ ਇੱਕ ਰੋਲ ਮਾਡਲ ਸੀਗੇ। ਉਹਨਾਂ ਦੀ ਸੋਚ ਦੇ ਉੱਤੇ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਪਹਿਰਾ ਦਿੰਦੀ ਸੀਗੀ। ਸੋ ਉਹਨਾਂ ਨਾਲ ਵੀ ਇਸ ਸੰਬੰਧੀ ਗੱਲਬਾਤ ਕਰਦੇ ਹਾਂ। ਵੈਸੇ ਤਾਂ ਬਹੁਤ ਹੀ ਜ਼ਿਆਦਾ ਦੁੱਖ ਭਰੀ ਖਬਰ ਜਿਹੜੀ ਅੱਜ ਸਾਨੂੰ ਸਾਰਿਆਂ ਨੂੰ ਸਵੇਰ ਦਿਨ ਚੜ੍ਹਦੀ ਹੀ ਮਿਲੀ ਹੈ। ਇਸ ਮੌਕੇ ਕੀ ਕਿਹਾ ਜਾਏ, ਬਹੁਤ ਹੀ ਔਖਾ ਹੈ। ਫਿਰ ਵੀ ਤੁਸੀਂ ਸਾਰੇ ਯੰਗ ਜਨਰੇਸ਼ਨ ਜਿਹੜੇ ਆ ਉਹ ਕਿਵੇਂ ਦੀਪ ਸਿੱਧੂ ਨੂੰ ਯਾਦ ਕਰਦੇ? ਬਿਲਕੁਲ ਜੀ, ਪਹਿਲਾਂ ਤਾਂ ਅਫਸੋਸ ਇੰਨਾ ਕੁ ਜ਼ਿਆਦਾ ਹੋ ਰਿਹਾ ਜਿੰਨੀ ਕਿ ਕਿਸਾਨਾਂ ਦੀ ਜਿੱਤ ਦੀ ਖੁਸ਼ੀ ਆਪਾਂ ਨੂੰ ਹੋਈ ਸੀਗੀ, ਅੱਜ ਉਦੋਂ ਦੁੱਗਣਾ ਉਸ ਚੀਜ਼ ਦਾ ਅਫਸੋਸ ਹੋ ਰਿਹਾ। ਕਿਉਂ ਹੋ ਰਿਹਾ ਕਿ ਜਿਹੜਾ ਬੰਦਾ ਉਹਨੂੰ ਲੀਡ ਕਰਕੇ ਗਿਆ, ਖਿੱਚ ਕੇ ਗਿਆ ਆਪਣੇ ਮੋਰਚੇ ਨੂੰ, ਹੈ ਨਾ, ਧੱਕੀ ਗਿਆ, ਅਤੇ ਅੱਜ ਉਹ ਬੰਦਾ ਆਪਣੇ ਵਿੱਚ ਨਹੀਂ ਹੈਗਾ। ਅੱਜ ਸਵੇਰੇ ਜਦੋਂ ਵੀਰੇ ਉਹਨਾਂ ਦੇ ਮੈਨੂੰ ਮੈਸੇਜ ਆਏ, ਗਰੁੱਪ ਦੇ ਵਿੱਚ ਮੈਸੇਜ ਆਇਆ, ਕਿਰਾਂ ਤਾਂ ਮੈਂ ਕੰਮ 'ਤੇ ਜਾਣ ਨੂੰ ਤਿਆਰ ਹੋ ਜਾਂਦਾ ਸੀ। ਮੈਂ ਤਾਂ ਬੈਠ ਗਿਆ ਬੈੱਡ 'ਤੇ, ਜਦ ਖਬਰ ਦੇਖੀ ਮੈਨੂੰ ਤਾਂ ਯਕੀਨ ਹੀ ਨਹੀਂ ਹੋਇਆ ਵੀ 10-15 ਮਿੰਟ ਵੀ ਆਹ ਕੀ ਹੈ ਨਾ ਭਾਣਾ ਵਰਤ ਗਿਆ। ਅਤੇ ਦੀਪ ਸਿੱਧੂ ਬਾਈ ਤੁਸੀਂ ਦੇਖੋ ਵੀ ਮੈਨੂੰ ਤਾਂ ਉਹਨਾਂ 'ਚੋਂ ਭਗਤ ਸਿੰਘ ਵਾਂਗੂ ਲਾਈਕ ਇੰਸਪੀਰੇਸ਼ਨ ਦਿਖਦੀ ਸੀਗੀ। ਉਹਨਾਂ ਦੀ ਜਿਹੜੀ ਨਵੀਂ ਸੋਚ ਯੰਗ ਜਨਰੇਸ਼ਨ ਨੂੰ ਮੋਟੀਵੇਟ ਕਰਦੀ ਸੀਗੀ। ਤੁਸੀਂ ਦੇਖੋ, ਹੈ ਨਾ, ਉਹਨਾਂ ਨੇ ਸਿਸਟਮ 'ਚ ਪੈਰ ਪਾਇਆ, ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਸਿਸਟਮ ਨਾਲ ਆ ਕੇ ਲੜੇ। ਹੁਣ ਦੇਖੋ ਖਣੀ ਕੀ ਹੋਇਆ, ਖਣੀ ਸਿਸਟਮ ਨੇ ਹੀ ਉਹਨਾਂ ਨੂੰ ਹੁਣ ਉਹ ਕਰਤਾ। ਪਰ ਉਹ ਹੁਣ ਉਹ ਮਰੇ ਨਹੀਂ ਹੈਗੇ, ਉਹ ਅਮਰ ਹੋ ਗਏ ਆ। ਯੰਗ ਸਾਡੀ ਜਨਰੇਸ਼ਨ ਦੇ ਲਾਈਕ ਸਾਡੇ ਦਿਲਾਂ 'ਚ ਵੱਸਦੇ ਆ ਬਾਈ ਹੁਣੀ। ਅਤੇ ਜੋ ਉਹਨਾਂ ਦੇ ਪ੍ਰਿੰਸੀਪਲ ਸੀਗੇ ਆਪਾਂ ਜ਼ਰੂਰ ਫੋਲੋ ਕਰਾਂਗੇ। ਪਰ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਵੀ ਬਾਈ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ। ਅਤੇ ਬਾਕੀ ਮੇਰਾ ਵੀਰੇ ਹੋਣੀ ਦੱਸਣਗੇ। ਹੈ ਤੁਹਾਨੂੰ ਕਿਵੇਂ ਖਬਰ ਮਿਲੀ, ਕਿਵੇਂ ਪਤਾ ਚੱਲਿਆ ਅਤੇ ਅੱਜ ਕਿਹੜੀ ਗੱਲ ਸਭ ਤੋਂ ਜ਼ਿਆਦਾ ਯਾਦ ਆ ਰਹੀ? ਹਾਂਜੀ, ਮੈਨੂੰ ਅਰਲੀ ਸਵੇਰੇ ਸਾਰੇ ਜਦੋਂ ਅਸੀਂ ਉੱਠੇ ਅਤੇ ਮੈਂ ਸੁੱਤਾ ਹੀ ਪਿਆ, ਸੌਰੀ, ਮੈਨੂੰ ਫੋਨ ਆਇਆ 4-5 ਨਾ। ਸੋ ਕਿਉਂਕਿ ਮੈਂ ਸਿਨੇਮੇ ਨਾਲ ਰਿਲੇਟਡ ਕਰਕੇ ਤੋਂ ਕਾਫੀ ਲਿੰਕ ਵੀ ਸੀਗੇ ਬਾਈ ਜੀ ਉਹਨਾਂ ਨਾਲ ਅੱਗੇ ਤੋਂ ਅੱਗੇ।
ਕਹਿੰਦੇ ਇਹ ਗੱਲ ਹੋ ਗਈ, ਮੈਨੂੰ ਯਕੀਨ ਨਹੀਂ ਆਇਆ। ਇੱਥੋਂ ਪ੍ਰਭਜੀਤ ਸਿੰਘ ਹੁਣੀ ਆ ਸਿੱਖ ਮੋਟਰਸਾਈਕਲ ਕਲੱਬ ਵਾਲੇ, ਫਿਰ ਮੈਂ ਉਹਨਾਂ ਨੂੰ ਕਾਲ ਕੀਤੀ, ਉਹਨਾਂ ਨੇ ਫੋਨ ਨਹੀਂ ਚੱਕਿਆ। ਸੋ ਜਦੋਂ ਮੈਂ ਫੇਸਬੁੱਕ ਦੇਖੀ ਤਾਂ ਉੱਥੇ ਖਬਰਾਂ ਦੇਖੀਆਂ ਤਾਂ ਬੜਾ ਇੱਕ ਵਾਰ ਫੀਲ ਹੋਇਆ, ਯਕੀਨ ਨਹੀਂ ਆਉਂਦਾ ਸੀ ਵੀ ਇਹ ਸੱਚ ਆ। ਕਿਉਂਕਿ ਅੱਜ ਤੋਂ 2-3 ਸਾਲ ਪਹਿਲਾਂ ਜਦੋਂ ਫਿਲਮ ਆਈ ਜੋਰਾ, ਉਹਦੇ 'ਚ ਅਸੀਂ ਪਹਿਲਾਂ ਰਮਤਾ ਜੋਗੀ ਫਿਲਮ ਆਈ ਸੀ, ਉਹ ਚੱਲੀ ਨਹੀਂ। ਉਹ ਜੋਰਾ ਆਈ, ਅਸੀਂ ਉੱਥੇ ਬਾਈ ਨੂੰ ਦੇਖਿਆ, ਉਹ 'ਚ ਇੱਕ ਡਾਇਲੋਗ ਆਉਂਦਾ ਕਿ ਨਹੀਂ ਭੱਜਣ ਵਾਲੇ ਨੂੰ ਧਰਤੀ ਤੋਂ ਉੱਡਣ ਵਾਲੇ ਨੂੰ ਅਸਮਾਨ ਚਾਹੀਦਾ। ਸੋ ਜਦੋਂ ਬਾਈ ਉਹ ਫਿਲਮ 'ਚ ਕਰੈਕਟਰ ਦੇਖੇ ਜੋਰਾ 1 ਆਈ 2 ਆਈ, ਸੋ ਜਦੋਂ ਅਸਲ ਲਾਈਫ 'ਚ ਜੋ ਕਰੈਕਟਰ ਫਿਲਮ 'ਚ ਸੀ ਜਦੋਂ ਅਸਲ 'ਚ ਜਿਉਣ ਲੱਗਿਆ, ਜਦੋਂ ਮੋਰਚਾ ਸ਼ੁਰੂ ਹੋਇਆ, ਪਹਿਲੀ ਗੱਲ ਤਾਂ ਉਹ ਮੋਰਚੇ ਨੂੰ ਲੀਡ ਕਰਕੇ ਜਿਹੜੇ ਬੈਰੀਗੇਡ ਤੋੜ ਕੇ ਮੂਹਰੇ ਜਾਣ ਵਾਲੇ ਸੀ ਉਹ ਦੀਪ ਸਿੱਧੂ ਹੁਣੀ ਹੋਈ ਸੀ। ਸੋ ਜਦੋਂ ਬਾਈ ਉਸ ਰੋਲ 'ਚ ਆਇਆ ਤਾਂ ਇੱਦਾਂ ਲੱਗਿਆ ਵੀ ਅਸਲੀ ਜੋਰਾ ਹੀ ਫਿਰ ਰਿਹਾ ਧਰਤੀ ਤੇ, ਵੀ ਉਹੀ ਕਰੈਕਟਰ ਬਾਹਰ ਆ ਕੇ, ਕਿਉਂਕਿ ਆਪਾਂ ਫਿਲਮਾਂ ਦੇਖਦੇ ਹਾਂ ਤਾਂ ਕਰੈਕਟਰ ਫਿਲਮਾਂ 'ਚ ਹੀ ਖਤਮ ਹੋ ਜਾਂਦੇ ਆ, ਪਰ ਉਹ ਬੰਦੇ ਨੇ ਜਿਹੜਾ ਫਿਲਮ 'ਚ ਕਰੈਕਟਰ ਕੀਤਾ ਉਹ ਅਸਲ ਲਾਈਫ 'ਚ ਵੀ ਜਿਉਇਆ। ਸੋ ਹੌਲੀ ਹੌਲੀ ਜਿਵੇਂ ਜਿਵੇਂ ਉਹ ਚੱਲਦਾ ਗਿਆ, ਉਹਦੇ ਨਾਲ ਕਾਫਲਾ ਬਣਦਾ ਗਿਆ, ਲੋਕ ਜੁੜਦੇ ਗਏ। ਸੋ ਮੈਂ ਤਾਂ ਇਹੀ ਗੱਲ ਲਾਸਟ 'ਚ ਕਹਿਣਾ ਚਾਹੁੰਦਾ ਵੀ ਦੇਖੋ, ਕਿਸੇ ਨੂੰ ਜੱਜ ਨਹੀਂ ਕਰਨਾ ਚਾਹੀਦਾ ਹੈ ਨਾ। ਆਪਾਂ ਕਿਸੇ ਨੂੰ ਗਦਾਰ ਦਾ ਸਰਟੀਫਿਕੇਟ ਦੇ ਦਈਏ ਨਾ, ਕਿਸੇ ਨੂੰ ਕੁਛ ਕਹਿ ਦਿੰਦੇ, ਕਿਸੇ ਨੂੰ ਕੁਛ ਕਹਿ ਦਿੰਦੇ ਆ। ਸੋ ਬੰਦੇ ਦੀ ਜਿਹੜੀ ਦੇਣ ਆ, ਉਹਨੇ ਜਿੰਨਾ ਇਕੱਠ ਆ, ਉਹ ਇਕੱਠ ਕੋਈ ਗੱਲ ਕਰਕੇ ਜਾਂ ਉਹਦੇ 'ਚ ਕੁਛ ਸੀਗਾ, ਅੱਜ ਲੋਕ ਹਰੇਕ, ਮੈਨੂੰ ਲੱਗਦਾ ਵੀ ਜਿੰਨੇ ਕੁ ਮੇਰੇ ਨੋਨ ਆ, ਕਿਸੇ ਨੇ ਹਰੇਕ ਦੀ ਵਾਲ 'ਤੇ ਉਹੀ ਪੋਸਟ, ਉਹਦੀਆਂ ਸਟੋਰੀਆਂ ਪਾਈਆਂ, ਹਰੇਕ ਬੰਦਾ ਰੋ ਵੀ ਰਹੇ ਆ, ਹਿਰਦੇ ਬਲੁੰਦਰੇ ਗਏ ਲੋਕਾਂ ਦੇ। ਉਹ ਇੱਕ ਹੀਰੋ ਸੀ, ਕਿਉਂਕਿ ਉਹਨੇ ਦੁਬਾਰਾ ਇੱਕ ਚਿਣਗ ਸਿੱਖੀ ਦੀ ਲਾਈ ਲੋਕਾਂ 'ਚ। ਕਿਉਂਕਿ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਨੌਜਵਾਨ ਪੀੜ੍ਹੀ ਉਹਨਾਂ ਦੀ ਬਹੁਤ ਉਹਨਾਂ ਤੋਂ ਫੈਨ ਵੀ ਸੀਗੇ, ਤੇ ਉਹਨਾਂ ਨੂੰ ਸੁਣ ਕੇ ਹੁਣ ਵੀ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਗੱਲ ਹੁੰਦੀ ਆ ਤਾਂ ਨੌਜਵਾਨ ਪੀੜ੍ਹੀ ਇੱਕ ਵਾਰ ਤਾਂ ਵੀ ਉਹਨਾਂ 'ਚ ਫਿਰ ਦੁਬਾਰਾ ਉਹ ਪਾਵਰ ਉੱਠਦੀ ਆ। ਤੇ ਉਹ ਹੁਣ ਦੀਪ ਸਿੱਧੂ ਉਹੀ ਚੀਜ਼ ਕਰ ਰਹੇ ਸੇਮ ਨਾ। ਉਹਨਾਂ ਨੇ ਸਿੱਖ ਧਰਮ ਦੀ ਗੱਲ ਕੀਤੀ, ਸਿੱਖ ਦੀ ਹੋਂਦ ਦੀ ਗੱਲ ਕੀਤੀ, ਆਪਣੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ। ਉਹੀ ਗੱਲਾਂ ਜੋ ਸੰਤ ਕਰ ਰਹੇ ਸੀ, ਉਹੀ ਪੀੜ੍ਹੀ ਲਹਿ 'ਤੇ ਚੱਲ ਰਿਹਾ ਸੀ। ਸੋ ਕਿਤੇ ਨਾ ਕਿਤੇ ਬਹੁਤਿਆਂ ਨੂੰ ਤਾਂ ਸੀਗੀ ਤਕਲੀਫ, ਸ਼ਾਇਦ ਰਾਜਨੀਤਿਕ ਪਾਰਟੀਆਂ ਨੂੰ ਵੀ ਹੋਣ, ਹੋਰਾਂ ਲੋਕਾਂ ਨੂੰ ਵੀ ਰੰਜਿਸ਼ ਹੋਵੇ, ਕੁਛ ਨਾਲ ਵੀ ਹੁੰਦੇ ਆ ਵੀ ਉਹ ਵੀ ਇਹ ਕਿਉਂ ਅੱਗੇ ਲੀਡ 'ਚ ਲੈ ਗਿਆ, ਫਿਰ ਹੁਣ ਵੀ ਇਹ ਰੱਬ ਨੇ ਕੀ ਵਰਤਾਰਾ ਵਰਤਾਇਆ। ਸੋ ਤਾਂ ਅਸੀਂ ਕੁਛ ਵੀ ਆਸ ਕਰਦੇ ਹਾਂ ਵੀ ਇਨਸਾਫ ਹੀ ਮਿਲੇ। ਸੋ ਬਾਕੀ ਅਸੀਂ ਇਹ ਵੀ ਅਰਦਾਸ ਕਰਦੇ ਹਾਂ ਵੀ ਬਾਬਾ ਜੀ ਉਹਨਾਂ ਨੂੰ ਸ਼ਾਂਤੀ, ਰੂਹ ਨੂੰ ਸ਼ਾਂਤੀ ਦੇਣ। ਤੇ ਮੈਂ ਇੱਕ ਵੀਡੀਓ ਦਾ ਬਹੁਤ ਵੱਡਾ ਫੈਨ ਸੀਗਾ ਵੀਰੇ ਦੀ। ਮੈਂ ਵੀਡੀਓ ਦੇਖੀ ਸੀਗੀ ਕਿ ਸੰਤ ਭਿੰਡਰਾਂ ਵਾਲਿਆਂ ਬਾਰੇ ਜਿੰਨਾ ਵਧੀਆ ਉਸ ਵੀਰੇ ਨੇ ਐਕਸਪਲੇਨ ਕੀਤਾ ਸੀਗਾ, ਮੈਨੂੰ ਨਹੀਂ ਲੱਗਦਾ ਕੋਈ ਸੰਤ ਭਿੰਡਰਾਂ ਵਾਲਿਆਂ ਬਾਰੇ ਵੀ ਐਕਸਪਲੇਨ ਕਰ ਸਕਦਾ। ਕਿਉਂਕਿ ਆਮ ਜੇ ਆਪਾਂ ਦੇਖੀਏ ਕੋਈ ਹਿੰਦੂ ਧਰਮ ਦੇ ਉਹਨਾਂ ਨੂੰ ਮਾੜਾ ਕਹਿੰਦੇ ਆ ਨਾ ਭਿੰਡਰਾਂ ਵਾਲਿਆਂ ਨੂੰ, ਪਰ ਜਿੰਨਾ ਵਧੀਆ ਉਸ ਵੀਰੇ ਨੇ ਉਸ ਵੀਡੀਓ 'ਚ ਐਕਸਪਲੇਨ ਕੀਤਾ ਹੋਇਆ, ਜੇ ਉਹ ਇਹ ਵੀਡੀਓ ਦੇਖਣ ਤਾਂ ਉਹ ਫੈਨ ਹੀ ਹੋਣਗੇ ਉਹਨਾਂ ਦੇ। ਮੈਂ ਇਸ ਗੱਲ ਦਾ ਫੈਨ ਸੀਗਾ। ਬਾਕੀ ਜੋ ਤੁਹਾਨੂੰ ਦੱਸਿਆ ਨਾ ਵੀਰੇ ਹੋਣਾ ਨੇ, ਸੋ ਸਹੀ ਹੈ। ਲਾਸਟ 'ਤੇ ਮੈਂ ਵੀ ਇੱਕ ਗੱਲ ਕਹਿਣੀ ਚਾਹੁੰਦਾ ਵੀ ਆਪਾਂ ਸਾਰੀਆਂ ਸਰਕਾਰਾਂ ਨੂੰ ਮੌਕਾ ਦਿੱਤਾ ਹੈ ਨਾ, ਅਕਾਲੀ ਕਾਂਗਰਸ ਨੂੰ, ਸਾਰਿਆਂ ਨੂੰ। ਸੋ ਬਾਈ ਸਿਮਰਜੀਤ ਮਾਨ ਹੋਣਾ ਚੱਲਿਆ ਸੀਗਾ। ਸੋ ਕਾਫੀ ਟਾਈਮ ਤੋਂ ਜਦੋਂ ਨਾ ਵੀ ਆਪਣੇ ਲੋਕ ਇਹ ਨਹੀਂ ਸੋਚਦੇ ਵੀ ਕਿਸੇ ਬੰਦੇ ਨੇ ਆਪਣੀ ਨੌਕਰੀ ਦਾਅ 'ਤੇ ਲਾਤੀ ਹੋਵੇ ਅਤੇ ਉਹ 30-35 ਸਾਲਾਂ ਤੋਂ ਉਸੇ ਸਟੈਂਡ 'ਤੇ ਖੜ੍ਹਾ, ਅਤੇ ਤੁਸੀਂ ਥੋੜ੍ਹਾ ਜਿਹਾ ਉਹਨਾਂ ਨਾਲ ਧਿਆਨ ਦਿਓ ਵੀ ਆਪਾਂ ਸਪੋਰਟ ਕਰੀਏ ਆਪਣੇ ਰਿਸ਼ਤੇਦਾਰਾਂ ਨੂੰ, ਸਾਕ ਸੰਬੰਧੀਆਂ ਨੂੰ, ਸਾਰਿਆਂ ਨੂੰ ਕਹੋ। ਅਤੇ ਜਿਹੜੇ ਲੋਕ ਦੀਪ ਦਵਾਈ ਦੀ ਵੀ ਸ਼ਖਸੀਅਤ 'ਤੇ ਸ਼ੰਕਾ ਕਰਦੇ ਸੀ, ਦੇਖੋ ਇੱਕ ਬੰਦਾ 5 ਸਟਾਰ ਹੋਟਲਾਂ 'ਚ ਰਹਿਣ ਵਾਲੀ ਲਾਈਫ ਛੱਡ ਕੇ ਇੱਕ ਆਪਦੀ ਫਿਲਮੀ ਆਰਟਿਸਟ, ਜਿੱਥੇ ਲੋਕ ਭੱਜੇ ਫਿਰਦੇ ਸੈਲਫੀਆਂ ਖਿਚਾਉਣ ਨੂੰ, ਆਮ ਲੋਕਾਂ ਜਾ ਕੇ ਉਹਨੇ ਆਪਦਾ ਸਾਰਾ ਕੁਝ ਛੱਡਤਾ, ਦਾਅ 'ਤੇ ਲਾਤਾ। ਉਹ ਬੰਦਾ ਤੰਬੂਆਂ 'ਚ ਉਹਨੇ ਦਿਨ ਕੱਟੇ। ਫਿਰ ਉਹ ਮੋਟਰ ਵਾਲੀ ਗੱਲ ਉੱਥੇ ਬੋਲੇ ਉਹਨਾਂ ਨੇ ਵੀ ਹੈ ਨਾ, ਜਦੋਂ ਮੋਰਚੇ 'ਤੇ ਉਹ ਗੱਲਬਾਤ ਹੋਈ। ਸੋ ਜਦੋਂ ਪੁਲਿਸ ਲੱਭਦੀ ਫਿਰਦੀ ਮੋਟਰ 'ਤੇ ਰਹੇ ਉਹਨਾਂ ਨਾਲ ਹੈ ਨਾ। ਸੋ ਉਹ ਬੰਦੇ ਨੇ ਇੰਨੀਆਂ ਔਖਾਈਆਂ ਕੱਟ ਕੇ, ਉਹਦਾ ਸੌਖਾ ਸੀ, ਰਿਚ ਸੀ, ਉਹ ਵੈਲ ਸੈਟਲ ਸੀ, ਇੱਥੇ ਮੈਨੂੰ ਲੱਗਦਾ ਬਾਹਰ ਵੀ ਉਹਦੇ ਵੀਜ਼ਾ ਵਗੈਰਾ ਸਾਰੇ ਕਿਤੇ ਲੱਗੇ ਆਉਂਦੇ ਰਹਿੰਦੇ ਸੀਗੇ। ਸੋ ਉਹਨਾਂ ਨੇ ਫਿਰ ਵੀ ਸਾਡੀ ਖਾਤਰ, ਸਾਡੀ ਕੌਮ ਦੀ ਖਾਤਰ, ਲੋਕਾਂ ਦੀ ਖਾਤਰ ਹੈ ਨਾ ਇੰਨਾ ਸਟੈਪ ਲਿਆ ਵੀ ਆਪਾਂ ਵੀ ਉਹਨਾਂ ਦੀ ਸੋਚ 'ਤੇ ਚੱਲੀਏ। ਸੋ ਇੱਕ ਦੂਜੇ ਦੀ ਸਪੋਰਟ ਕਰੀਏ, ਲੱਤਾਂ ਖਿੱਚਣ ਨਾਲੋਂ ਇੱਕ ਦੂਜੇ ਨਾਲ ਰਲ ਕੇ ਹੈ ਨਾ, ਇੱਕ ਪਰਿਵਾਰ ਬਣ ਕੇ ਆਪਾਂ ਚੱਲੀਏ, ਤਾਂ ਜੋ ਆਉਣ ਵਾਲੇ ਸਮੇਂ 'ਚ ਆਪਣੀ ਕੌਮ ਦਾ, ਆਪਣੇ ਲੋਕਾਂ ਦਾ ਆਪਾਂ ਰਲ ਕੇ ਚੱਲਣਾ ਹੋਰ ਭਲਾ ਕਰ ਸਕੀਏ, ਅੱਗੇ ਤੱਕ ਲੈ ਕੇ। ਗੱਲ ਕਰ ਲੈਂਦੇ ਹਾਂ ਮਹਿੰਗਾਈ ਦਰ ਦੀ, ਜੋ ਪਿਛਲੇ 30 ਸਾਲਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਵੱਧ ਕੇ 5.1% ਦੀ ਹੋ ਗਈ ਹੈ। ਜੀ ਹਾਂ, ਇਹ ਵੱਡਾ ਵਾਧਾ ਦੇਖਿਆ ਗਿਆ ਹੈ। ਹਾਲਾਂਕਿ ਇਸ ਦੇ ਪਿੱਛੇ ਦੇ ਕਾਰਨ ਜਾਣਨ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਗਰੋਸਰੀ, ਤੇਲ ਦੀਆਂ ਵਧੀਆਂ ਜਿਹੜੀਆਂ ਕੀਮਤਾਂ ਨੇ, ਉਹ ਇਸ ਦਾ ਵੱਡਾ ਜਿਹੜਾ ਕਾਰਨ ਹੈ ਉਹ ਮੰਨਿਆ ਜਾ ਰਿਹਾ ਹੈ। ਦੱਸਦੇ ਕਿ ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਦੇ ਵਿੱਚ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਮਹਿੰਗਾਈ ਦਰ ਜਿਹੜੀ ਹੈ ਉਹ ਕਾਫੀ ਜ਼ਿਆਦਾ ਵੱਧ ਹੋ ਚੁੱਕੀ ਹੈ। ਏਜੰਸੀ ਦਾ ਇਹ ਕਹਿਣਾ ਕਿ ਦਸੰਬਰ ਦੇ ਵਿੱਚ 4.8% ਦੇ ਵਾਧੇ ਦੇ ਮੁਕਾਬਲੇ ਜਨਵਰੀ ਦੇ ਵਿੱਚ ਸਾਲਾਨਾ ਮਹਿੰਗਾਈ ਦਰ ਵੱਧ ਕੇ 5.1% ਹੋ ਗਈ। ਜਨਵਰੀ ਵਿੱਚ ਬਹੁਤ ਜ਼ਿਆਦਾ ਰਿਹਾਇਸ਼, ਗੈਸੋਲੀਨ ਤੇ ਕਰਿਆਨੇ ਦੀਆਂ ਕੀਮਤਾਂ ਸਨ। ਜਨਵਰੀ 2021 ਦੇ ਮੁਕਾਬਲੇ ਪਿਛਲੇ ਮਹੀਨੇ ਗੈਸੋਲੀਨ ਦੀਆਂ ਕੀਮਤਾਂ 31.7% ਵਧੀਆਂ ਸਨ। ਗੈਸੋਲੀਨ ਦੀਆਂ ਕੀਮਤਾਂ ਨੂੰ ਛੱਡ ਕੇ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਜਨਵਰੀ ਦੇ ਵਿੱਚ ਮਹਿੰਗਾਈ ਦੀ ਸਾਲਾਨਾ ਦਰ 4.3% ਹੋਵੇਗੀ।
ਮਈ 2009 ਤੋਂ ਬਾਅਦ ਸਭ ਤੋਂ ਵੱਡੇ ਸਾਲਾਨਾ ਵਾਧੇ ਲਈ ਕਰਿਆਨੇ ਦੀਆਂ ਕੀਮਤਾਂ ਦੇ ਵਿੱਚ ਸਾਲ ਦਰ ਸਾਲ 6.5% ਦਾ ਵਾਧਾ ਹੋਇਆ ਹੈ। BC ਦੇ ਵਿੱਚ ਕਈ ਰੈਪਿਡ ਟੈਸਟ ਜਿਹੜੀਆਂ ਕਿੱਟਾਂ ਆ ਚੁੱਕੀਆਂ ਨੇ ਤੇ ਅੱਗੇ ਹੋਰ ਜਿਹੜੀਆਂ ਇਹ ਰੈਪਿਡ ਕਿਸਟਾਂ ਦੀ ਰਫ਼ਤਾਰ ਜਿਹੜੀ ਤੇਜ਼ੀ ਨਾਲ ਵਧੇਗੀ। BC ਦੇ ਵਿੱਚ ਖਾਸ ਤੌਰ ਦੇ ਉੱਤੇ ਮੰਗ ਕੀਤੀ ਜਾ ਰਹੀ ਸੀ ਤੇ ਕਈ ਜਿਹੜੀਆਂ ਕੈਟਾਗਰੀਜ਼ ਨੇ ਇਸ ਦੇ ਵਿੱਚ ਰੱਖੀਆਂ ਗਿਆ ਨੇ ਜਿਨ੍ਹਾਂ ਨੂੰ ਖਾਸ ਤੌਰ ਦੇ ਉੱਤੇ ਇਹ ਰੈਪਿਡ ਟੈਸਟ ਕਿੱਟਾਂ ਜਿਹੜੀਆਂ ਨੇ ਉਹ ਮੁਹੱਈਆ ਕਰਵਾਈਆਂ ਜਾਣਗੀਆਂ, ਜਿਨ੍ਹਾਂ ਦੇ ਵਿੱਚ ਵਿਦਿਆਰਥੀ ਪਹਿਲੇ ਨੰਬਰ ਦੇ ਉੱਤੇ ਨੇ ਤੇ ਜਿਹੜੇ ਬਾਰਡਰ ਦੇ ਜਿਹੜੀ ਕਮਿਊਨਿਟੀ ਹੈਗੀ ਹੈ ਉਹਨਾਂ ਦੇ ਲਈ ਇਹ ਖਾਸ ਤੌਰ ਦੇ ਉੱਤੇ ਰੈਪਿਡ ਕਿਸਟਾਂ ਵੱਧ ਤੋਂ ਵੱਧ ਜਿਹੜੀਆਂ ਨੇ ਉਹ ਮੁਹੱਈਆ ਕਰਵਾਈਆਂ ਜਾਣਗੀਆਂ। ਦੱਸ ਦਈਏ ਕਿ ਇਹ ਅਨਿਸ਼ਚਿਤ ਵੀ ਹੈ ਕਿਉਂਕਿ ਸੂਬੇ ਦਾ ਇਹ ਕਹਿਣਾ ਹੈ ਕਿ ਲੱਖਾਂ ਹੋਰ ਰੈਟਸ ਜਲਦੀ ਆਉਣ ਵਾਲੇ ਨੇ, यानी RATS। BC ਸਿਹਤ ਮੰਤਰੀ ਐਡਰੀਅਨ ਡਿਸ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ 2 ਮਿਲੀਅਨ ਟੈਸਟਾਂ ਦੀ ਜਿਹੜੀ ਹੈ ਉਹ ਉਮੀਦ ਹੈ ਔਰ ਹੋਰ ਇਸ ਦੀ ਜਿਹੜੀ ਲੋਕ ਹੈ ਉਹ ਪਾਲਣਾ ਕਰਨਗੇ, ਪਰ ਅਜੇ ਤੱਕ ਆਵਾਜਾਈ ਦੇ ਵਿੱਚ ਆਮ ਤੌਰ ਦੇ ਉੱਤੇ ਨਹੀਂ ਆਈ। BC ਦੇ ਸਕੂਲਾਂ ਨੂੰ ਟੈਸਟਾਂ ਦਾ ਵੱਡਾ ਹਿੱਸਾ ਪ੍ਰਾਪਤ ਹੋਵੇਗਾ। K-12 ਨੂੰ ਸਕੂਲਾਂ ਦੇ ਲਈ 3.8 ਮਿਲੀਅਨ ਹੋਰ ਕਿੱਟਾਂ ਅਲਾਟ ਕੀਤੀਆਂ ਜਾਣਗੀਆਂ। ਨਾਲ ਹੀ ਕਾਲਜਸ ਤੇ ਯੂਨੀਵਰਸਿਟੀਆਂ ਦੇ ਲਈ ਹੋਰ 2.1 ਮਿਲੀਅਨ ਹੋਣਗੇ। ਸਿੱਖਿਆ ਨਾਲ ਸੰਬੰਧਿਤ ਇਹ ਵੰਡ ਸਭ ਤੋਂ ਮਹੱਤਵਪੂਰਨ ਹੈ ਕਿਉਂਕਿ ਆਉਣ ਵਾਲੇ ਹਫ਼ਤਿਆਂ ਵਿੱਚ ਵਿਦਿਆਰਥੀਆਂ ਨੂੰ ਉਹਨਾਂ ਦੇ ਪਰਿਵਾਰ ਦੇ ਭਵਿੱਖ ਦੀ ਵਰਤੋਂ ਲਈ ਇੱਕ 5 ਟੈਸਟ ਕਿੱਟ ਘਰ ਲੈ ਜਾਣ ਦਾ ਮੌਕਾ ਦਿੱਤਾ ਜਾਏਗਾ। ਜੇ ਉਹ ਲੱਛਣ ਬਣ ਜਾਂਦੇ ਨੇ ਤਾਂ ਬਾਰਡਰ ਕਮਿਊਨਿਟੀ ਇਹ ਸੇਵਾ ਮੁਫਤ ਪ੍ਰਾਪਤ ਕਰੇਗੀ, ਪਰ ਇਸ ਸੰਬੰਧੀ ਵੇਰਵੇ ਅਜੇ ਨਹੀਂ ਹੈ ਕਿ ਉਹ ਵੰਡ ਜਿਹੜੀ ਹੈ ਉਹ ਕੀਤੀ ਕਿਵੇਂ ਜਾਏਗੀ। ਇਸ ਸਮੇਂ ਸੂਬੇ ਦਾ ਕਹਿਣਾ ਹੈ ਕਿ ਬਜ਼ੁਰਗਾਂ ਵਰਗੇ ਉੱਚ ਜੋਖਮ ਵਾਲੇ ਸਮੂਹਾਂ ਦੀ ਤਰਜੀਹ ਰਹਿੰਦੀ ਹੈ। ਹਾਲਾਂਕਿ ਸਿਰਫ ਲੱਛਣਾਂ ਵਾਲੇ ਲੋਕਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਡਿਕਸ ਦੇ ਮੁਤਾਬਕ ਵਧੀ ਹੋਈ ਟੈਸਟ ਦੀ ਉਪਲਬਧਤਾ ਦਾ ਮਤਲਬ ਹੈ ਕਿ ਆਮ ਆਬਾਦੀ ਦੇ ਵਧੇਰੇ ਮੈਂਬਰ ਆਪਣੇ ਲੱਛਣਾਂ ਤੇ ਬਿਮਾਰੀ ਨੂੰ ਸਮਝਣ ਦੇ ਲਈ ਟੈਸਟਾਂ ਦੀ ਵਰਤੋਂ ਕਰਨ ਦੇ ਯੋਗ ਤੇ ਉਹਨਾਂ ਦੇ ਦੋਸਤ, ਪਰਿਵਾਰ ਤੇ ਕੰਮ ਦੇ ਵਿੱਚ ਸੰਚਾਰ ਨੂੰ ਸੀਮਿਤ ਕਰਨ ਲਈ ਕਾਰਵਾਈ ਕਰਨ ਦੇ ਯੋਗ ਹੋਣਗੇ, ਜਿਨ੍ਹਾਂ ਵਿੱਚ ਜੋਖਮ ਵਧੇਰੇ ਹੈ। ਬਹੁਤ ਸਾਰੇ ਲੋਕਾਂ ਨੇ ਤੇਜ਼ ਟੈਸਟਾਂ ਤੇ ਪ੍ਰਾਂਤ ਦੇ ਜਵਾਬ ਦੀ ਆਲੋਚਨਾ ਕੀਤੀ ਹੈ, ਜਿਸ ਦੀ ਤੁਲਨਾ ਕੈਨੇਡਾ ਦੇ ਦੂਜੇ ਅਧਿਕਾਰ ਖੇਤਰਾਂ ਨਾਲ ਕੀਤੀ ਗਈ ਹੈ, ਜਿੱਥੇ ਟੈਸਟ ਫਾਰਮੇਸੀਆਂ ਤੇ ਕਰਿਆਨੇ ਦੀਆਂ ਦੁਕਾਨਾਂ ਦੇ ਵਿੱਚ ਆਸਾਨੀ ਨਾਲ ਉਪਲਬਧ ਨੇ। ਆਮ ਤੌਰ ਤੇ ਅਸੀਂ ਕਈ ਤਰ੍ਹਾਂ ਦੀਆਂ ਖਬਰਾਂ ਸੁਣਦੇ ਰਹਿੰਦੇ ਹਾਂ ਕਿ ਸਕੂਲਾਂ ਦੇ ਵਿੱਚ ਜਾਂ ਫਿਰ ਸਕੂਲਾਂ ਦੇ ਬਾਹਰ ਜਿਹੜੀ ਹੈ ਉਹ ਕਈ ਕਿਸਮ ਦੀਆਂ ਜਿਹੜੀਆਂ ਨੇ ਗਲਤ ਤਰੀਕੇ ਦੀਆਂ ਹਰਕਤਾਂ ਕਰਦੇ ਸ਼ਖਸ ਪਾਏ ਗਏ ਨੇ। ਹਾਲ ਹੀ ਦੇ ਵਿੱਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜੋ ਕਿ ਨਾ ਬਖਸ਼ਣਯੋਗ ਹੈ। ਇਸ ਘਟਨਾ ਸੰਬੰਧੀ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਹਾਂ। ਜਿਹਦੀ ਜਾਣਕਾਰੀ ਸਾਹਮਣੇ ਆਈ ਤਾਂ ਉਸ ਸ਼ਖਸ ਦੀ ਜਿਹੜੀ ਹੈ ਉਹ ਭਾਲ ਤੇਜ਼ੀ ਦੇ ਨਾਲ ਜਿਹੜੀ ਕੀਤੀ ਜਾ ਰਹੀ ਹੈ। ਦਰਅਸਲ ਇੱਕ ਅਜਿਹੇ ਸ਼ਖਸ ਦੀ ਭਾਲ ਪੁਲਿਸ ਨਿਊ ਵੈਸਟਮਿੰਸਟਰ ਦੇ ਵਿੱਚ ਕਰ ਰਹੀ ਹੈ, ਜਿਸ ਨੇ ਅਜਿਹੀ ਕਰਤੂਤ ਇੱਕ ਸਕੂਲ ਦੇ ਬਾਹਰ ਬੱਚਿਆਂ ਮੋਰੇ ਕੀਤੀ ਕਿ ਇਹ ਨਾ ਕਾਬਿਲੇ ਜਿਹੜੀ ਹੈ ਕਹਿ ਸਕਦੇ ਆ ਕਿ ਨਾ ਬਖਸ਼ਣ ਦੇ ਯੋਗ ਹੈ। ਕਥਿਤ ਤੌਰ ਤੇ ਗਲੈਨਬਰੁਕ ਮਿਡਲ ਸਕੂਲ ਦੇ ਬਾਹਰ ਇੱਕ ਸ਼ਖਸ ਨੇ ਆਪਣੇ ਆਪ ਨੂੰ ਐਕਸਪੋਜ਼ ਕੀਤਾ। ਬੱਚਿਆਂ ਦੇ ਮੂਹਰੇ ਗਲਤ ਤਰੀਕੇ ਦੇ ਨਾਲ ਉਸਨੇ ਆਪਣੇ ਨਿੱਜੀ ਅੰਗ ਨੂੰ ਪੇਸ਼ ਕੀਤਾ। ਸਕੂਲ ਦੇ ਸਟਾਫ ਨੇ ਮੰਗਲਵਾਰ 11 ਵਜੇ ਦੇ ਕਰੀਬ ਪੁਲਿਸ ਨੂੰ ਫੋਨ ਕਰਕੇ ਵਿਦਿਆਰਥੀਆਂ ਦੇ ਇੱਕ ਸਮੂਹ ਦੇ ਨਾਲ ਅਸ਼ਲੀਲ ਜਿਹੜਾ ਪ੍ਰਦਰਸ਼ਨ ਹੈ ਉਸ ਦੀ ਰਿਪੋਰਟ ਦਰਜ ਕਰਵਾਈ। ਸਰਜੈਂਟ ਨੇ ਕਿਹਾ ਕਿ ਇੱਥੇ ਬਹੁਤ ਸਾਰੇ ਗਵਾਹ ਸਨ ਜਿਨ੍ਹਾਂ ਨੇ ਇਸ ਘਟਨਾ ਨੂੰ ਦੇਖਿਆ ਹੈ। ਇਸ ਲਈ ਜਾਂਚਕਰਤਾ ਵੱਧ ਤੋਂ ਵੱਧ ਜਾਣਕਾਰੀ ਹੋਰ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਹਾਲਾਂਕਿ ਇਸ ਤਰ੍ਹਾਂ ਦੀਆਂ ਸਥਿਤੀਆਂ ਬਹੁਤ ਜ਼ਿਆਦਾ ਆਮ ਤਾਂ ਨਹੀਂ ਹੈ, ਪਰ ਇਹ ਕਿਸੇ ਵੀ ਵਿਅਕਤੀ ਲਈ ਗਵਾਹੀ ਦੇਣ ਲਈ ਚਿੰਤਾਜਨਕ ਵੀ ਨੇ। ਸ਼ੱਕੀ ਵਿਅਕਤੀ ਦੀ ਉਮਰ 40 ਤੋਂ 50 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ, ਜਿਸ ਦਾ ਕੱਦ 5 ਫੁੱਟ 6 ਇੰਚ ਹੈ। ਗਵਾਹਾਂ ਨੇ ਕਿਹਾ ਕਿ ਉਹ ਸਕੂਲ ਦੇ ਮੈਦਾਨ ਤੋਂ 8ਵੇਂ ਐਵੇਨਿਊ ਦੇ ਪਾਰ ਮੈਕਬ੍ਰਾਈਡ ਬੁਲੇਵਾਰਡ ਤੇ ਰਾਇਲ ਸਕੁਆਇਰ ਪਾਰਕਿੰਗ ਲਾਟ ਵੱਲ ਭੱਜਦਾ ਦਿਖਾਈ ਦਿੱਤਾ ਹੈ। ਜੇ ਕਿਸੇ ਨੂੰ ਵੀ ਇਸ ਖਬਰ ਦੀ ਜਾਣਕਾਰੀ ਹੈ ਤਾਂ ਪੁਲਿਸ ਦੇ ਨਾਲ 604 525 54 11 ਤੇ ਸੰਪਰਕ ਕਰ ਸਕਦਾ ਹੈ। ਇਹ ਹਰਕਤ ਆਪਣੇ ਆਪ ਦੇ ਵਿੱਚ ਜਿਹੜੀ ਹੈ ਨਿੰਦਣਯੋਗ ਹੈ ਅਤੇ ਇਸ ਹਰਕਤ ਦੇ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਸਕੂਲੀ ਵਿਦਿਆਰਥੀ ਜਿਹੜੇ ਨੇ ਜਦੋਂ ਉਹਨਾਂ ਨੇ ਸ਼ਿਕਾਇਤ ਕੀਤੀ ਤੇ ਇਸ ਤਰ੍ਹਾਂ ਦੀਆਂ ਹਰਕਤਾਂ ਦੇ ਨਾਲ ਸਕੂਲੀ ਵਿਦਿਆਰਥੀਆਂ ਦੀ ਜਿਹੜੀ ਹੈ ਉਹ ਆਮ ਜਿਹੜੀ ਕਹਿ ਸਕਦੇ ਹਾਂ ਕਿ ਜ਼ਿੰਦਗੀ ਜਾਂ ਫਿਰ ਜਿਸ ਤਰੀਕੇ ਨਾਲ ਵਿਦਿਆਰਥੀ ਆਪਣੇ ਸਕੂਲਾਂ ਚੋਂ ਬਾਹਰ ਜਾਂਦੇ ਨੇ ਉਹਦੇ ਉੱਤੇ ਵੀ ਇੱਕ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਸ਼ਖਸ ਨੇ ਉਹ ਵੀ ਕਮਿਊਨਿਟੀ ਦੇ ਵਿੱਚ ਵਿਚਰ ਰਹੇ ਨੇ ਜਿਹੜੇ ਕਿ ਸਕੂਲੀ ਵਿਦਿਆਰਥੀਆਂ ਦੇ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ। ਫਿਲਹਾਲ ਪੁਲਿਸ ਦਾ ਇਹ ਕਹਿਣਾ ਹੈ ਕਿ ਜਿਸ ਕਿਸੇ ਨੂੰ ਵੀ ਇਸ ਸੰਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਸੰਪਰਕ ਜ਼ਰੂਰ ਕਰੇ ਤਾਂ ਕਿ ਜਲਦ ਤੋਂ ਜਲਦ ਇਸ ਵਿਅਕਤੀ ਤੱਕ ਪੁਲਿਸ ਪਹੁੰਚ ਸਕੇ। ਫਿਲਹਾਲ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਤੁਹਾਨੂੰ ਇੱਕ ਅਜਿਹੀ ਖਬਰ ਦੇ ਨਾਲ ਰੂਬਰੂ ਕਰਵਾਵਾਂਗੇ ਜਿੱਥੇ ਇੱਕ ਫਲਾਈਟ ਦੇ ਵਿੱਚ ਇੱਕ ਸਿਰ ਫਿਰੇ ਵਿਅਕਤੀ ਨੇ ਧਾਂਦਲੀ ਮਚਾ ਦਿੱਤੀ। ਛੋਟੇ ਜਿਹੇ ਬ੍ਰੇਕ ਤੋਂ ਬਾਅਦ ਦੇਖਦੇ ਹਾਂ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ।
ਖਬਰ ਹੈ ਅਮਰੀਕਾ ਦੀ ਇੱਕ ਉਡਾਨ ਦੀ ਇੱਥੇ ਜਿਹੜੀ ਕਿ ਵਾਸ਼ਿੰਗਟਨ ਤੋਂ ਲਾਸ ਐਂਜਲਸ ਜਿਹੜੀ ਜਾਣੀ ਸੀਗੀ ਉਸ ਦੇ ਵਿੱਚ ਇੱਕ ਅਜਿਹੇ ਸਿਰਫਿਰੇ ਵਿਅਕਤੀ ਦੀ ਜਿਹੜੀ ਹੈ ਉਹ ਵੀਡੀਓ ਜਾਰੀ ਕੀਤੀ ਗਈ ਹੈ। ਉਸ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਸਿਰਫਿਰਾ ਅਜਿਹਾ ਵਿਅਕਤੀ ਸੀਗਾ ਕਿ ਜਿਸ ਨੇ ਫਲਾਈਟ ਅਟੈਂਡੈਂਟ ਨੂੰ ਡਰਾਉਣ ਦੀ ਧਮਕਾਉਣ ਦੀ ਕੋਸ਼ਿਸ਼ ਕੀਤੀ। ਅਜੀਬ ਹਰਕਤਾਂ ਉਹ ਕਰਦਾ ਦਿਖਾਈ ਦਿੱਤਾ ਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸਦੇ ਹੱਥ ਦੇ ਵਿੱਚ ਇੱਕ ਪਲਾਸਟਿਕ ਦਾ ਜਿਹੜਾ ਉਹ ਛੁਰੀ ਵੀ ਸੀਗੀ। ਇੰਨਾ ਹੀ ਨਹੀਂ, ਉਸ ਸਿਰਫਿਰੇ ਵਿਅਕਤੀ ਨੇ ਧਾਂਦਲੀ ਮਚਾਉਂਦੇ ਹੋਏ ਇੱਕ ਬੋਤਲ ਵੀ ਜਿਹੜੀ ਹੈ ਤੋੜੀ ਅੰਦਰੋਂ ਲੈ ਕੇ ਤੇ ਨਾਲ ਦੀ ਨਾਲ ਉਸਨੇ ਕੋਸ਼ਿਸ਼ ਕੀਤੀ ਕਿ ਉਹ ਫਲਾਈਟ ਦੇ ਵਿੱਚ ਦਾ ਜਿਹੜਾ ਦਰਵਾਜ਼ਾ ਹੈਗਾ ਉਹਨੂੰ ਵੀ ਕਿਤੇ ਨਾ ਕਿਤੇ ਖੋਲ੍ਹਣ ਦੀ ਉਹ ਕੋਸ਼ਿਸ਼ ਕਰ ਰਿਹਾ ਸੀ। ਤਾਂ ਫਲਾਈਟ ਅਟੈਂਡੈਂਟ ਨੇ ਆਪਣੀ ਸੋਚ ਸਮਝ ਦੇ ਨਾਲ ਜਿਹੜਾ ਉਸ ਵਿਅਕਤੀ ਨੂੰ ਕਾਬੂ ਕੀਤਾ, ਜਿਸ ਦੇ ਬਾਅਦ ਜਿਹੜੇ ਲੋਕ ਫਲਾਈਟ ਦੇ ਵਿੱਚ ਸ਼ਾਮਿਲ ਸੀਗੇ ਉਹ ਵੀ ਫਲਾਈਟ ਅਟੈਂਡੈਂਟ ਦੇ ਨਾਲ ਜਿਹੜਾ ਉਸ ਦੀ ਮਦਦ ਕਰਨ ਦੇ ਲਈ ਆਏ ਤੇ ਉਸ ਸਿਰਫਿਰੇ ਵਿਅਕਤੀ ਦੇ ਉੱਤੇ ਸਾਰੇ ਲੋਕਾਂ ਨੇ ਮਿਲ ਕੇ ਕਾਬੂ ਪਾਇਆ ਤੇ ਫਿਰ ਉਸ ਨੂੰ ਇੱਕ ਟੇਪ ਦੇ ਨਾਲ ਹੈ ਉਹਦੇ ਹੱਥਾਂ ਪੈਰਾਂ ਨੂੰ ਬੰਨ੍ਹ ਕੇ ਤੇ ਕਿਸੇ ਨਾ ਤਰੀਕੇ ਨਾਲ ਕੋਈ ਵੀ ਘਟਨਾ ਹੋਣ ਤੋਂ ਜਿਹੜਾ ਉਹਦਾ ਬਚਾਅ ਕੀਤਾ, ਜਿਸ ਤੇ ਫਲਾਈਟ ਵਾਲਿਆਂ ਨੇ ਵੀ ਅਮਰੀਕਨ ਫਲਾਈਟ ਏਜੰਸੀ ਨੇ ਵੀ ਕਿਤੇ ਨਾ ਕਿਤੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਫਲਾਈਟ ਦੇ ਵਿੱਚ ਜਿਹੜਾ ਅਮਲਾ ਸੀਗਾ ਉਹਦੀ ਦੇਖਭਾਲ ਕਰਨ ਦੇ ਵਿੱਚ ਮਦਦ ਕੀਤੀ ਹੈ। ਦੇਖਦੇ ਹਾਂ ਪੂਰੀ ਰਿਪੋਰਟ ਹੈ ਕੀ ਹੈ। FBI ਦੀ ਇੱਕ ਰਿਲੀਜ਼ ਸਾਹਮਣੇ ਆਈ ਹੈ ਜਿਸ ਮੁਤਾਬਕ ਐਤਵਾਰ ਨੂੰ ਇੱਕ ਅਮਰੀਕਨ 에ਅਰਲਾਈਨਸ ਦੀ ਉਡਾਨ ਦੇ ਕਾਕਪਿਟ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਨ ਤੇ ਅਜੀਬ ਤਰੀਕੇ ਦਾ ਵਿਵਹਾਰ ਕਰਨ ਤੇ ਇੱਕ ਫਲਾਈਟ ਅਟੈਂਡੈਂਟ ਨੇ ਕੌਫੀ ਦੇ ਬਰਤਨ ਦੇ ਨਾਲ ਉਸ ਦੇ ਸਿਰ ਤੇ ਸੱਟ ਮਾਰੀ। 50 ਸਾਲਾ ਰੋਬਰਟੋ ਰਿਵਰਸ ਨਾਂ ਦਾ ਸ਼ਖਸ ਲਾਸ ਐਂਜਲਸ ਤੋਂ ਵਾਸ਼ਿੰਗਟਨ DC ਲਈ ਇੱਕ ਫਲਾਈਟ ਦੇ ਵਿੱਚ ਸੀ ਜਦੋਂ ਉਸਨੇ ਇੱਕ ਫਲਾਈਟ ਅਟੈਂਡੈਂਟ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ। ਰਿਪੋਰਟ ਦੇ ਵਿੱਚ ਕਿਹਾ ਜਾ ਰਿਹਾ ਕਿ ਉਸਨੇ ਜਹਾਜ਼ ਦੇ ਸਾਹਮਣੇ ਬਣੇ ਰਸਤੇ ਤੇ ਇੱਕ ਪਲਾਸਟਿਕ ਚਾਕੂ ਵੀ ਫੜਿਆ ਹੋਇਆ ਸੀ, ਪਰ ਉਸਨੇ ਛੋਟੀ ਸ਼ੈਂਪੇਨ ਦੀ ਬੋਤਲ ਨੂੰ ਕਾਊਂਟਰ ਤੋਂ ਫਿਰ ਚੁੱਕਿਆ, ਉਸ ਨੂੰ ਫੜਿਆ ਤੇ ਉਸ ਨੂੰ ਤੋੜਨ ਦੀ ਕੋਸ਼ਿਸ਼ ਵੀ ਕੀਤੀ। ਰਿਪੋਰਟ ਮੁਤਾਬਕ ਉਸਨੇ ਫਲਾਈਟ ਅਟੈਂਡੈਂਟ ਦੇ ਵਿੱਚ ਸਰਵਿਸ ਜਿਹੜਾ ਕਾਰਟ ਨੂੰ ਲੱਤ ਮਾਰਨਾ ਤੇ ਹਿਲਾਉਣਾ ਸ਼ੁਰੂ ਕਰ ਦਿੱਤਾ। ਦੱਸਦੇ ਕਿ ਇੱਕ 에ਅਰਲਾਈਨ ਸੇਵਾ ਕਾਰਟ ਦਾ ਜਿਹੜਾ ਭਾਰ ਹੁੰਦਾ ਹੈ ਉਹ 100 ਪਾਉਂਡ ਤੋਂ ਵੀ ਵੱਧ ਹੋ ਸਕਦਾ ਜਦੋਂ ਪੂਰੀ ਤਰ੍ਹਾਂ ਲੋਡ ਕੀਤਾ ਹੁੰਦਾ ਹੈ। ਫਿਰ ਰਿਵਾਸ ਨੇ ਕਥਿਤ ਤੌਰ ਤੇ ਆਪਣੇ ਪੈਰਾਂ ਤੇ ਦੋਵਾਂ ਹੱਥਾਂ ਦੀ ਵਰਤੋਂ ਕਰਦੇ ਦਰਵਾਜ਼ਾ ਹਟਾਉਣ ਦੀ ਕੋਸ਼ਿਸ਼ ਕਰਦੇ ਹੋਏ ਜਹਾਜ਼ ਦੇ ਅਗਲੇ ਪਾਸੇ ਤੋਂ ਬਾਹਰ ਜਾਣ ਲਈ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਇਹ ਉਦੋਂ ਹੋਇਆ ਜਦੋਂ ਫਲਾਈਟ ਅਟੈਂਡੈਂਟਾਂ ਵਿੱਚੋਂ ਇੱਕ ਨੇ ਕਾਫੀ ਜਿਹੜਾ ਉਹ ਪੋਟ ਫੜ ਲਿਆ ਤੇ ਰਿਵਾਸ ਦੇ ਸਿਰ ਜਿਹੜੇ ਨੇ ਉਸ ਦੇ ਉੱਤੇ 2 ਵਾਰ ਵਾਰ ਕੀਤਾ। ਇੱਕ ਆਫ ਡਿਊਟੀ ਪੁਲਿਸ ਅਧਿਕਾਰੀ ਸਮੇਤ ਕਈ ਯਾਤਰੀ ਤੁਰੰਤ ਚਾਲਕ ਦਲ ਦੀ ਮਦਦ ਲਈ ਅੱਗੇ ਆਏ। ਇੱਕ ਨੇ ਰਿਵਾਸ ਨੂੰ ਜਬਾੜੇ ਦੇ ਵਿੱਚ ਮੁੱਕਾ ਮਾਰਿਆ ਜਦੋਂ ਕਿ ਦੂਜੇ ਨੇ ਉਸ ਨੂੰ ਹੇਠਾਂ ਫਰਸ਼ ਤੇ ਖਿੱਚ ਲਿਆ। ਸਮੂਹ ਨੇ ਫਿਰ ਉਸ ਦੇ ਹੱਥਾਂ ਦੇ ਲਈ ਜ਼ਿਪ ਟਾਈ ਤੇ ਟੇਪ ਦੀ ਵਰਤੋਂ ਕੀਤੀ। ਫਲਾਈਟ ਆਖਿਰਕਾਰ ਕੈਂਸਸ ਸਿਟੀ ਇੰਟਰਨੈਸ਼ਨਲ 에ਅਰਪੋਰਟ ਤੇ ਸੁਰੱਖਿਅਤ ਉਤਰ ਗਈ ਜਿੱਥੇ FBI ਰਿਵਾਸ ਤੇ ਇੱਕ ਫਲਾਈਟ ਅਟੈਂਡੈਂਟ ਤੇ ਹਮਲਾ ਕਰਨ ਤੇ ਧਮਕਾਉਣ ਦਾ ਦੋਸ਼ ਲਗਾਇਆ ਗਿਆ ਸੀ। ਇੱਕ ਬਿਆਨ ਦੇ ਵਿੱਚ ਅਮਰੀਕਨ 에ਅਰਲਾਈਨਸ ਨੇ ਕਿਹਾ ਹੈ ਕਿ ਅਸੀਂ ਆਪਣੇ ਚਾਲਕ ਦਲ ਦੇ ਮੈਂਬਰਾਂ ਦੇ ਧੰਨਵਾਦੀ ਹਾਂ ਜੋ ਲਗਾਤਾਰ ਸਾਡੇ ਗਾਹਕਾਂ ਦੀ ਸੁਰੱਖਿਆ ਤੇ ਦੇਖਭਾਲ ਲਈ ਸਮਰਪਿਤ ਨੇ ਤੇ ਜਿਨ੍ਹਾਂ ਨੇ ਬਹੁਤ ਹੀ ਹੁਨਰ ਦੇ ਨਾਲ ਮੌਕੇ ਨੂੰ ਸੰਭਾਲਿਆ ਅਤੇ ਉਹਨਾਂ ਗਾਹਕਾਂ ਦੀ ਵੀ ਸ਼ਲਾਘਾ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਅਮਲੇ ਦੀ ਸਹਾਇਤਾ ਕੀਤੀ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ 202 ਤੁਹਾਡੇ ਲਈ ਖਬਰਾਂ ਲੈ ਕੇ ਹਾਜ਼ਰ ਹੋ ਰਿਹਾ ਜੀ। ਇੱਕ ਖਬਰ ਤਾਂ ਇਹ ਆ ਅੱਜ ਦੀ ਕਿ ਸਾਡੇ ਪ੍ਰੀਮੀਅਰ ਜੇਸਨ ਕੈਨੀ ਹੋਰਾਂ ਨੇ ਅੱਜ ਟਵੀਟ ਕਰਕੇ ਦੱਸਿਆ ਵੀ ਉਹ ਜਦੋਂ ਪਿਛਲੀ ਜਨਵਰੀ ਦੇ ਵਿੱਚ ਨਾ ਗਏ ਸੀਗੇ ਅਮਰੀਕਾ, ਗਵਰਨਰਸ ਦੀ ਉੱਥੇ ਚੱਲ ਰਹੀ ਸੀਗੀ ਕੋਈ ਕਾਨਫਰੰਸ, ਤੇ ਉਹ ਅਮਰੀਕਨ ਗਵਰਨਰਸ ਜਿਹੜੇ ਕੁਝ ਸਟੇਟਾਂ ਦੇ, ਉਹਨਾਂ ਨੂੰ ਇਹ ਉਸ ਵੇਲੇ ਕਹਿ ਕੇ ਆਏ ਸੀ ਵੀ ਜਿਹੜੇ ਟਰੱਕਰਸ ਆ ਨਾ ਉਹਨਾਂ 'ਤੇ ਜਿਹੜੀ ਵੈਕਸੀਨ ਮੈਂਡੇਟ ਲਾਈ ਜਾਂਦੀ ਹੈ ਵੀ ਉਹ ਹਟਾ ਦੇਣੀ ਚਾਹੀਦੀ ਹੈ ਬਿਲਕੁਲ ਹੀ, ਵੀ ਉਹਦੀ ਕੋਈ ਤੁੱਕ ਨਹੀਂ ਬਣਦੀ। ਉਹ ਕਹਿੰਦੇ ਵੀ ਉਹ ਨੁਕਸਾਨਦੇਹ ਆ। ਜਿਵੇਂ ਹੁਣ ਉਹ ਕਹਿੰਦਾ ਵੀ ਆ ਲੇਟਲੀ ਆਪਾਂ ਦੇਖਿਆ ਰਿਸਟ੍ਰਿਕਸ਼ਨਸ ਕਰਕੇ ਉਹ ਅੜਿੱਕਾ ਪੈਂਦੀਆਂ ਨੇ, ਸੋ ਉਹ ਹਟਾ ਦੇਣੀਆਂ ਚਾਹੀਦੀਆਂ। ਉਹਨਾਂ ਦੇ ਨਾਲ ਸਸਕੈਚੁਆਨ ਦੇ ਜਿਹੜੇ ਪ੍ਰੀਮੀਅਰ ਆ ਮੋ ਸਕਾਟ, ਉਹਨਾਂ ਨੇ ਵੀ ਕੀਤਾ ਜੀ ਇਹ ਸਾਈਨ। ਔਰ ਨਾਲ ਦੀ ਨਾਲ ਜੇਸਨ ਕੈਨੀ ਹੋਰੀ ਕਹਿ ਰਿਹਾ ਵੀ ਅਮਰੀਕਾ ਦੇ ਦਰਜਨ ਦੇ ਕਰੀਬ ਹੈ ਗਵਰਨਰ ਜਿਨ੍ਹਾਂ ਨੇ ਸਾਈਨ ਕੀਤਾ, ਪਰ ਆਉਣ ਵਾਲੇ ਦਿਨਾਂ 'ਚ ਉਹ ਕਹਿੰਦੇ ਜੀ ਵੀ ਕਾਫੀ ਹੋਰ ਜਿਹੜੇ ਆ ਨਾਂ ਇਹਨੂੰ ਐਡ ਕੀਤੇ ਜਾ ਸਕਦੇ ਆ। ਸੋ ਆਉਣ ਵਾਲਾ ਸਮਾਂ ਦੱਸੇਗਾ ਕਿ ਹੋਰ ਕਿੰਨੇ ਕੁ ਟਰੈਕਸ਼ਨ ਉਸ ਗੱਲ ਨੂੰ ਮਿਲਦੀ ਹੈ। ਔਰ ਦੂਸਰੀ ਇਹ ਹੈ ਜੀ ਵੀ ਇਹਨਾਂ ਨੇ ਜੇਸਨ ਕੈਨੀ ਹੋਰਾਂ ਨੇ ਇੱਕ ਬਾਈ ਇਲੈਕਸ਼ਨ ਕਾਲ ਕੀਤੀ ਆ ਮਾਰਚ 15 ਲਈ।
ਔਰ ਉਹ ਜਿਹੜਾ ਇਲਾਕਾ ਹੈਗਾ ਜੀ ਇੱਥੋਂ ਐਡਮਿੰਟਨ ਤੋਂ ਨਾਰਥ ਦੇ ਵਿੱਚ ਹੈ। ਫੋਰਟ ਮਕਮਰੀ ਲੈਕਲਾ ਬਿਸ਼ ਦਾ ਕੰਸਟੀਚੁਐਂਸੀ ਆ, ਜਿੱਥੇ ਜਿਸ ਕੈਂਡੀਡੇਟ ਲਈ ਹੁਣ ਪ੍ਰੀਮੀਅਰ ਕੈਨੀ ਹੋਰੀ ਜਿਹੜੀ ਜੀ ਕੈਂਪੇਨ ਕਰਨ ਜਾਣਗੇ, ਉਹ ਜਿਹੜਾ ਕੈਂਡੀਡੇਟ ਆ ਉਹ ਅਗਰ ਚੁਣ ਕੇ ਆਉਂਦਾ ਤੇ ਉਹ ਇਹ ਚਾਹ ਰਿਹਾ ਵੀ ਜੇਸਨ ਕੈਨੀ ਹੋਰਾਂ ਨੂੰ ਲੀਡਰਸ਼ਿਪ ਤੋਂ ਪਾਸੇ ਕੀਤਾ ਜਾਵੇ। ਉਹਦਾ ਕਹਿਣਾ ਹੈ ਵੀ ਜਦੋਂ ਦੇ ਜੇਸਨ ਕੈਨੀ ਹੋਰਾਂ ਦਾ ਜਿਹੜਾ ਢੰਗ ਤਰੀਕਾ ਕੰਮ ਕਰਨ ਦਾ, ਉਹਦੇ ਤੋਂ UCP ਦੇ ਜਿਹੜੇ ਲੋਕ ਆ ਉਹ ਇਸ ਵੇਲੇ ਅੱਕੇ ਪਏ ਆ, ਕਿਉਂਕਿ ਇਹ ਜਿਹੜੀ ਪਾਰਟੀ ਖੜੀ ਕੀਤੀ ਸੀ ਜੀ ਇਹਨਾਂ ਦੋਨਾਂ ਵਿਅਕਤੀਆਂ ਨੇ ਹੀ ਕੀਤੀ ਸੀਗੀ, ਯੂਨਾਈਟਿਡ ਕੰਜ਼ਰਵੇਟਿਵ ਪਾਰਟੀ, ਔਰ ਇਹ ਉਸ ਤੋਂ ਪਹਿਲਾਂ ਦੋਨੋਂ ਹੀ ਫੈਡਰਲ ਪੋਲੀਟਿਕਸ ਵਿੱਚ ਸੀਗੇ। ਔਰ ਉੱਥੋਂ ਫੈਡਰਲ ਪੋਲੀਟਿਕਸ ਛੱਡ ਕੇ ਦੋਨਾਂ ਨੇ ਜਿਹੜਾ ਅਲਬਰਟਾ ਪੋਲੀਟਿਕਸ 'ਚ ਆ ਗਏ, ਔਰ ਇੱਥੇ ਆ ਕੇ ਇਹ ਪਾਰਟੀ ਜੇਸਨ ਕੈਨੀ ਹੋਰਾਂ ਨੇ ਪਹਿਲਾਂ ਇਹਦੇ 'ਚ ਆਏ ਆ ਜੀ ਕੰਜ਼ਰਵੇਟਿਵ 'ਚ, ਔਰ ਬ੍ਰਾਇਨ ਜੀਨ ਜਿਹੜਾ ਹੈ ਦੂਸਰੇ ਪਾਸੇ, ਉਹਨਾਂ ਨੇ ਵਾਈਲਡ ਰੋਜ਼ ਨੂੰ ਲੀਡ ਕੀਤਾ। ਬਾਅਦ ਦੇ ਵਿੱਚ ਇਹਨਾਂ ਦੋਨਾਂ ਨੇ ਇਹ ਇਕੱਠੀਆਂ ਕਰ ਲਈਆਂ ਸੀਗੀਆਂ ਤੇ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਬਣ ਗਈ। ਪਰ ਹੁਣ ਉਹਨਾਂ ਦਾ ਕਹਿਣਾ, ਬ੍ਰਾਇਨ ਜੀਨ ਹੋਣਾ ਦਾ, ਵੀ ਜੇਸਨ ਕੈਨੀ ਹੋਰੀ ਜਿਹੜੇ ਨੇ ਵੀ ਉਹਨਾਂ ਦਾ ਕੰਮ ਕਰਨ ਦਾ ਜਿਹੜਾ ਢੰਗ ਤਰੀਕਾ ਉਹ ਲੋਕਾਂ ਨੂੰ ਪਸੰਦ ਨਹੀਂ ਆਇਆ, ਖਾਸ ਕਰਕੇ UCP ਵਾਲਿਆਂ ਨੂੰ। ਔਰ ਉਹ ਕਹਿੰਦੇ ਵੀ ਹਜੇ ਵੀ ਮੌਕਾ ਹੈਗਾ, ਜੇ ਇਹਨਾਂ ਨੂੰ ਪਾਸੇ ਕਰ ਦਿੱਤਾ ਜਾਵੇ ਤੇ ਅਸੀਂ NDP ਵਾਲਿਆਂ ਨੂੰ ਸਰਕਾਰ ਨਹੀਂ ਬਣਾਉਣ ਦਿਆਂਗੇ। ਉਹਦਾ ਕਾਰਨ ਹੈ, ਉਹ ਕਹਿੰਦੇ ਜੀ ਵੀ ਸਾਡੀਆਂ ਜਿਹੜੀਆਂ ਪਾਲਿਸੀਜ਼ ਆ ਉਹ ਲੋਕ ਹਜੇ ਵੀ ਪਸੰਦ ਕਰਦੇ ਨੇ, ਕੰਜ਼ਰਵੇਟਿਵ ਵੈਲਿਊਜ਼ ਜਿਹੜੀਆਂ ਨੇ। ਸੋ ਇਸ ਕਰਕੇ ਉਹ ਹੁਣ ਜਿਹੜੀ ਇਹ ਇਲੈਕਸ਼ਨ, ਹਾਲਾਂਕਿ ਉਹ ਰਿਟਾਇਰ ਹੋ ਗਏ ਸੀ ਪਹਿਲਾਂ ਤਾਂ, ਹੁਣ ਉਹ ਦੁਬਾਰਾ ਫਿਰ ਆਏ ਆ ਜੀ, ਔਰ ਉੱਥੋਂ ਉਹ ਕੈਂਡੀਡੇਟ ਨੇ ਫੋਰਟ ਮਕਮਰੀ ਲੈਕਲਾ ਬਿਸ਼ ਤੋਂ। ਔਰ ਨਾਲ ਦੀ ਨਾਲ ਉਹਨਾਂ ਦੇ ਜਿਹੜਾ ਤੀਸਰਾ ਵਿਅਕਤੀ ਉਹ ਹੈਗਾ ਜੀ ਪਾਲ ਹਿਨਮੈਨ, ਉਹ ਵੀ ਰਨ ਕਰ ਰਿਹਾ। ਪਾਲ ਹਿਨਮਨ ਹੋਰੀ ਇੱਕ ਵਾਈਲਡ ਰੋਜ਼ ਇੰਡੀਪੈਂਡੈਂਸ ਪਾਰਟੀ ਹੈ ਜਿਹੜੀ ਬਿਲਕੁਲ ਹੀ ਚਾਹੁੰਦੀ ਆ ਵੀ ਅਲਬਰਟਾ ਪਾਸੇ ਹੋ ਜਾਵੇ, ਉਹ ਵੀ ਇੱਥੇ ਇਲੈਕਸ਼ਨ ਲੜ ਰਹੇ ਨੇ। ਔਰ ਇੱਕ NDP ਦੀ ਕੈਂਡੀਡੇਟ ਆ ਏਰੀਆਨਾ ਮੈਂਸੀਨੀ, ਉਹਦਾ ਕਹਿਣਾ ਕਿ ਜਿਹੜੀ ਬਾਈ ਇਲੈਕਸ਼ਨ ਆ ਇਹ UCP ਨੂੰ ਇੱਕ ਕਿਸਮ ਦਾ ਨਾ ਸੁਨੇਹਾ ਭੇਜੇਗੀ ਵੀ ਭਾਈ ਤੁਸੀਂ ਇਹ ਜਿਹੜਾ ਹੈਲਥ ਕੇਅਰ ਆ ਇਹਨੂੰ ਮਿਸਮੈਨੇਜ ਕੀਤਾ ਹੈਗਾ, ਲੋਕਾਂ ਬਾਰੇ ਤੁਸੀਂ ਨਹੀਂ ਸੋਚਿਆ। ਔਰ ਉਹ ਕਹਿੰਦੇ ਵੀ ਇਸ ਵੇਲੇ ਜਿਹੜੀ ਇਹਨਾਂ ਦੀ ਆਪਸੀ ਇਨਫਾਈਟਿੰਗ ਹੈ ਪਾਰਟੀ ਦੀ, ਉਹਦਾ ਕਰਕੇ ਪਰਿਵਾਰਾਂ ਦਾ, ਲੋਕਾਂ ਦਾ ਬੜਾ ਨੁਕਸਾਨ ਹੋ ਰਿਹਾ। ਤੇ ਹੁਣ ਉਹ ਕਹਿੰਦੇ ਵੀ ਮੌਕਾ ਆ ਵੀ ਇੱਥੋਂ ਜਿਹੜੀ ਆ NDP ਦਾ ਕੈਂਡੀਡੇਟ ਪਿਕ ਕੀਤਾ ਜਾਏ, ਔਰ ਗਾਂ ਜਿਹੜੀ ਸਰਕਾਰ ਆ ਉਹ ਵੀ NDP ਦੀ ਬਣੇਗੀ। ਸੋ ਇਹ ਹਾਲਾਤ ਨੇ ਜੀ, ਪਰ ਸਮਾਂ ਆਉਣ ਵਾਲਾ ਦੱਸੇਗਾ। 15 ਮਾਰਚ ਨੂੰ ਇਹ ਜਿਹੜੀ ਆ ਬਾਈ ਇਲੈਕਸ਼ਨ ਹੋਣ ਜਾ ਰਹੀ ਹੈ, ਔਰ ਜੇਸਨ ਕੈਨੀ ਹੋਰਾਂ ਨੇ ਅਖੀਰਲੇ ਦਿਨ ਤੱਕ ਵੇਟ ਕੀਤਾ ਜੀ, ਜਿਹੜਾ ਉਹ ਹੁੰਦਾ ਨਾ 6 ਮਹੀਨਿਆਂ ਦੀ ਵਿੰਡੋ ਕਿ ਤੁਸੀਂ ਕਾਲ ਕਰਨੀ ਹੈ ਇਲੈਕਸ਼ਨ, ਤੇ ਉਹਨਾਂ ਅਖੀਰਲੇ ਦਿਨ ਆ ਕੇ ਹੀ ਇਹ ਕਾਲ ਕੀਤੀ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕਿਸ ਪਾਸੇ ਵੱਲ ਨੂੰ ਗੱਲ ਜਾਂਦੀ ਹੈ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।